ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਬਿਲਾਵਲ ਮਹਲਾ ਪੰਜਵਾਂ। ਬਿਖੈ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਹੋਵਤ ਸੁਖੀ ਨਾ ਹੋਵਤ ਜੀਓ। ਬਿਖੈ ਬਨ ਫੀਕਾ ਤਿਆਗ ਰੀ ਸਖੀਏ, ਨਾਮ ਮਹਾਰਸ ਪੀਓ। ਬਿਨ ਰਸ ਚਾਖੇ ਬੁੱਢ ਗਈ ਸਗਲੀ, ਸੁਖੀ ਨ ਹੋਵਤ ਜੀਓ। ਮਾਨ ਮਹਤ ਨਾ ਸਕਤ ਹਿਕਾਈ, ਸਾਧਾਂ ਦਾਸੀ ਥੀਓ। ਨਾਨਕ ਸੇ ਦਰ ਸੁਭਾਵੰਤੇ, ਜੋ ਪ੍ਰਭ ਅਪੁਨੈ ਕੀਓ। ਹਰ ਚੰਦੌਰੀ ਚਿਤ ਭ੍ਰਮ ਸਖੀਏ, ਮ੍ਰਿਗ ਤ੍ਰਿਸ਼ਨਾ ਦ੍ਰੁਮ ਛਾਇਆ। ਚੰਚਲ ਸੰਗ ਨਾ ਚਾਲਤੀ ਸਖੀਏ, ਅੰਤ ਤਜ ਜਾਵਤ ਮਾਇਆ। ਰਸ ਭੋਗਨ ਅਤ ਰੂਪ ਰਸ ਮਾਤੇ, ਇਨ ਸੰਗ ਸੂਖ ਨ ਪਾਇਆ। ਧਨ ਧਨ ਹਰ ਸਾਧ ਜਨ ਸਖੀਏ, ਨਾਨਕ ਜਿਨੀ ਨਾਮ ਤੇ ਆਇਆ। ਜਾਏ ਬਸੋ ਵਡ ਭਾਗਣੀ ਸਖੀਏ, ਸੰਤਾਂ ਸੰਗ ਸਮਾਈਐ। ਤਹ ਦੁਖ ਨ ਭੂਖ ਨ ਰੋਗ ਬਿਆਪੈ, ਚਰਨ ਕਮਲ ਲਿਵ ਲਾਈਐ। ਤਹ ਜਨਮ ਨ ਮਰਨ ਨ ਆਵਣ ਜਾਣਾ, ਨਿਹਚਲ ਸ਼ਰਣੀ ਪਾਈਐ। ਪ੍ਰੇਮ ਬਿਛੋ ਨ ਮੋਹ ਬਿਆਪੈ, ਨਾਨਕ ਹਰ ਏਕ ਧਿਆਈਐ। ਦ੍ਰਿਸ਼ਟ ਤਹਾਰ ਮਨ ਬੇਧਿਆ ਪਿਆਰੇ, ਰਤੜੇ ਸਹਿਜ ਸੁਭਾਏ। ਸੇਜ ਸੁਹਾਵੀ ਸੰਗ ਮਿਲ ਪ੍ਰੀਤਮ, ਆਨੰਦ ਮੰਗਲ ਗੁਣ ਗਾਏ। ਸਖੀ ਸਹੇਲੀ ਰਾਮ ਰੰਗ ਰਾਤੀ, ਮਨ ਤਨ ਇੱਛ ਪੂਜਾਏ। ਨਾਨਕ ਅਚਰਜ ਅਚਰਜ ਸਿਉ ਮਿਲਿਆ, ਕਹਿਣਾ ਕਛੂ ਨਾ ਜਾਏ। ਸਖੀ ਸਹੇਲੀ ਰਾਮ ਰੰਗ ਰਾਤੀ, ਮਨ ਤਨ ਇੱਛ ਪੂਜਾਏ। ਨਾਨਕ ਅਚਰਜ ਅਚਰਜ ਸਿਉ ਮਿਲਿਆ, ਕਹਿਣਾ ਕਛੂ ਨਾ ਜਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਅਜ਼ਮਤ ਬਖਸ਼ਿਸ਼, ਸੰਧਿਆ ਸਮੇਂ ਗੁਰੂ ਦਰਬਾਰ ਵਿੱਚ ਅਸੀਂ ਹਾਜ਼ਰ ਹਾਂ। ਇਹ ਸਮਾਂ ਗੁਰਬਾਣੀ ਵਿਆਖਿਆ ਦਾ ਹੈ। ਇਸ ਵਿੱਚ ਰਾਗ ਬਿਲਾਵਲ ਹੈ ਤੇ ਬਿਲਾਵਲ ਰਾਗ ਦੇ ਗੁਰੂ ਅਰਜਨ ਸਾਹਿਬ ਦੁਆਰਾ ਉਚਾਰਨ ਕੀਤੇ ਗਏ ਉਪਦੇਸ਼ ਅਸੀਂ ਵਿਚਾਰਦੇ ਹਾਂ। ਜੋ ਸ਼ਬਦ ਆਪਨੇ ਸਰਵਨ ਕੀਤਾ ਇਹਦੇ 4 ਪਦੇ ਨੇ, ਇੱਕ ਪਦਾ ਅਸੀਂ ਸੰਪੂਰਨ ਵਿਚਾਰਿਆ ਹੈ। ਅੱਜ 2 ਨੰਬਰ ਬੰਦ ਇਹਦੇ ਤੋਂ ਹੀ ਵਿਚਾਰ ਦਾ ਆਗਾਜ਼ ਕਰਾਂਗੇ। ਜਿਵੇਂ ਸਮੇਂ ਨੇ ਅਲਾਓ ਕੀਤਾ, we will keep on moving toward the next line or next ਪਦਾ। ਬਚਨ ਇਹ ਹੈ, ਹਰ ਚੰਦੌਰੀ ਚਿਤ ਭ੍ਰਮ ਸਖੀਏ, ਮ੍ਰਿਗ ਤ੍ਰਿਸ਼ਨਾ ਦ੍ਰੁਮ ਛਾਇਆ। ਬ੍ਰਿਜ ਭਾਸ਼ਾ ਹੈ, ਥੋੜੀ ਅੱਖਰ ਜ਼ਰੂਰ ਗੁਰਮੁਖੀ ਨੇ, ਪਰ ਜਿਹੜਾ ਭਾਸ਼ਾਈ ਪੱਖ ਹੈ ਬ੍ਰਿਜ ਦਾ ਹੈ। ਜੋ ਮੈਟਾਫੋਰ ਆ ਇਹ ਬੜਾ ਰਿਚ ਹੈ। ਇਹਦੇ ਵਿੱਚ ਜਿਵੇਂ ਬਾਤ ਇੱਥੇ ਆ ਰਹੀ ਹੈ, ਹਰ ਚੰਦੌਰੀ। ਜੇ ਇੰਡੀਅਨ ਮੈਥੋਲੋਜੀ ਨੂੰ ਪੜ੍ਹਦੇ ਹਾਂ ਤੇ ਉਹਦੇ ਵਿੱਚ ਬੜਾ ਇੱਕ ਵੱਡਾ ਸੰਸਾਰ ਹੈ। ਉਸ ਸੰਸਾਰ 'ਚ ਬਹੁਤ ਸਾਰੇ ਡਿਫਰੈਂਟ ਕਰੈਕਟਰ ਨੇ, ਜਿਨ੍ਹਾਂ ਦੀ ਕਹਾਣੀ, ਜਿਨ੍ਹਾਂ ਦਾ ਕਹਬਤ ਕਹਿ ਕੇ
ਸਾਨੂੰ ਮਨੁੱਖਾਂ ਨੂੰ ਸਮਝਾਇਆ, ਦਰਸਾਇਆ, ਸਿਖਾਇਆ ਗਿਆ ਹੈ। ਉਹਦੇ ਵਿੱਚ ਇੱਕ ਕਰੈਕਟਰ ਹੈਗਾ ਰਾਜਾ ਹਰੀਸ਼ ਚੰਦਰ ਦਾ, ਜਿਹਦੀ ਵੈਸੇ ਜੇ ਕਹਾਣੀ ਕਹਾਂਗੇ ਤਾਂ ਬੜੀ ਲੰਮੀ ਚੌੜੀ ਹੋ ਜਾਏਗੀ, ਪਰ ਇਹ ਕਿਹਾ ਗਿਆ ਕਿ ਉਹ ਸੱਚ ਵੇਤਾ ਸੀਗਾ, ਸੱਚ ਦਾ ਪੁੱਤਰ ਹਰੀਸ਼ ਚੰਦ ਨੂੰ ਇਸ ਰੂਪ ਵਿੱਚ ਕਿਹਾ ਜਾਂਦਾ ਹੈ। ਸਿੱਖੀ ਦੇ ਕੌਨਸੈਪਟ ਦੇ ਵਿੱਚ ਵੀ ਗੱਲ ਇੰਟੀਗ੍ਰਿਟੀ ਦੀ ਹੈ ਸਾਰੀ, ਟਰੂਥਫੁਲਨੈਸ। ਬੰਦਾ ਧਰਮ ਦੇ ਕਿਸੇ ਖਾਸ ਕਰਮ ਨੂੰ ਕਰਨ ਕਰਕੇ, ਕਿਸੇ ਖਾਸ ਪੂਜਾ ਅਰਚਨਾ ਨੂੰ ਕਰਨ ਕਰਕੇ, ਕਿਸੇ ਖਾਸ ਕਿਸਮ ਦੇ ਇਸ਼ਟ ਦੀ ਆਸਥਾ ਕਰਕੇ ਜਾਂ ਨਾ ਆਸਥਾ ਰੱਖਣ ਕਰਕੇ ਵੱਡਾ ਜਾਂ ਛੋਟਾ ਨਹੀਂ ਹੁੰਦਾ। ਇਹ ਗੁਰਬਾਣੀ ਦਾ ਕਲੀਅਰ ਮੈਸੇਜ ਹੈ। ਫਿਰ ਕੋਈ ਬੰਦਾ ਕਹੇ ਕਿ ਮੇਰੀ ਪੂਜਾ ਸ਼੍ਰੇਣੀ ਆ ਹੈ ਤੇ ਡਿਊ ਟੂ ਬਿਕੋਜ਼ ਆਈ ਹੈਵ ਦਿਸ ਸੋਰਟ ਆਫ ਵਰਸ਼ਿਪ ਸਟਾਈਲ ਸੋ ਦੈਟਸ ਵਾਈ ਆਈ ਐਮ ਸੁਪੀਰੀਅਰ। ਬਾਬਾ ਜੀ ਕਹਿੰਦੇ ਫੋਰਗੇਟ ਅਬਾਊਟ ਇਟ, ਪੁਰ ਜਾ ਚੀਜ਼ ਨੂੰ। ਜਾਂ ਕਿਸੇ ਦਾ ਤਰੀਕਾ ਕੋਈ ਹੋਰ ਹੈ, ਜਾਂ ਕੋਈ ਜੇ ਇਹ ਬਾਤ ਹੁੰਦੀ ਤੇ ਆਪ ਬਾਣੀ 'ਚ ਕਿਤਨੇ ਸ਼ਬਦ ਪੜ੍ਹਦੇ ਹੋ। ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਪੰਗਮ ਸਾਧੇ, ਪੰਚ ਜਨਾ ਸੋ ਸੰਗ ਨਾ ਛੁਟਕਿਓ, ਅਧਿਕ ਅਹੰਗ ਬੁੱਧ ਬਾਧੇ ਪਿਆਰੇ, ਇਨ ਬਿਨ ਮਿਲਨ ਨਾ ਜਾਈ। ਇਹ ਮੇਰੇ ਵੀਰ ਭਰਾ ਭੈਣ ਸਖਾ, ਮੈਂ ਸਿੱਧੇ ਤੌਰ ਤੇ ਕਹਿ ਰਿਹਾ ਇਹ ਰਾਹ ਸਹੀ ਰਾਹ ਨਹੀਂ ਹੈ। ਇੱਥੇ ਤੇ ਕਿਆ ਪੜ ਗੱਡੀ ਲੱਦੀ ਹੈ, ਪੜ ਭਰੀਆ ਸਾਥ, ਪੜ ਬੇੜੀ ਪਾਈ ਹੈ, ਪੜ ਗੱਡੀਏ ਖਾਤ, ਪੜੀਆ ਜੇਤੇ ਬਰਸ ਪੜੀਆ ਜੇਤੇ ਮਾਸ। ਕਿਆ ਉਮਰਾਂ ਵੀ ਲੱਗ ਜਾਣ ਭਾਵੇਂ, ਪੜੀਆ ਮਤਲਬ ਜਿਤਨੀ ਆਰਜਾ ਸਾਰੀ ਵੀ ਲਾ ਦੇ ਬੰਦਾ। ਮਹਾਰਾਜ ਕਹਿੰਦੇ ਕੁਛ ਨਹੀਂ, ਨਾਨਕ ਲੇਖ ਹੈ ਇੱਕ ਗੱਲ, ਜਿਹੜੀ ਲੇਖੇ ਦੀ ਗੱਲ ਹੈ। ਹੋਰ ਹਉਮੈ ਚਖਣਾ ਚਾਖ, ਬਾਕੀ ਤੇ ਹੰਕਾਰ ਦੀ ਚੱਖ ਆ, ਜਿੰਨੀ ਮਾਰ ਲੇ। ਜਿੰਨਾ ਬੰਦਾ ਜਿਵੇਂ ਭਗਤਾਂ ਦੇ ਬਚਨ ਪੜ੍ਹਦੇ ਆ ਤੇ ਉਹ ਬਿਆਨ ਕਰਦੇ ਕਿ ਇੰਨਾ ਆਮ ਆਦਮੀ ਤੇ ਹੰਕਾਰੀ ਨਹੀਂ ਹੈਗਾ ਜਿੰਨਾ ਬੰਦਾ ਕਿਸੇ ਕੈਲੀਬਰ ਦਾ ਮਾਲਕ ਹੰਕਾਰੀ ਹੋ ਜਾਂਦਾ ਹੈ। ਉਹ ਕਵੀ ਵੀ ਹੋ ਸਕਦਾ ਹੈ, ਉਹ ਗੂੜ ਗਿਆਨੀ ਫਿਲਾਸਫਰ ਵੀ ਹੋ ਸਕਦਾ ਹੈ, ਉਹ ਬੜੀ ਉੱਚੀ ਕੁੱਲ ਦਾ ਮਾਲਕ ਵੀ ਹੋ ਸਕਦਾ ਹੈ, ਉਹ ਕੋਈ ਧਾਰਮਿਕ ਬੰਦਾ ਵੀ ਹੋ ਸਕਦਾ। ਅਸੀਂ ਸ਼ਬਦ ਪੜ੍ਹਦੇ ਨਾ, ਹਮ ਬੜ ਕਬ ਕੁਲੀਨ ਹਮ ਪੰਡਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ ਹਮ ਦਾਤੇ, ਇਹ ਬੁੱਧ ਕਬ ਹੈ ਨਾ ਨਾਸੀ। ਇਹ ਬੁੱਧ ਗਈ ਨਹੀਂ ਕਦੇ। ਹੰਕਾਰ ਦੀ ਟੀਸੀ ਤੇ ਬੰਦਾ ਬੈਠਾ। ਕਿਆ ਬੰਦੇ, ਜਿਸ ਚੀਜ਼ ਦੀ ਤੈਨੂੰ ਲੋੜ ਆ ਉਹ ਹੈ ਸਚਿਆਰ ਹੋਣ ਦੀ, ਸੱਚ ਦੇ ਨਾਲ ਆਤਮਸਾਤ ਹੋਣ ਦੀ। ਬੀ ਟਰੂਥਫੁਲ, ਲਿਵ ਯੋਰ ਲਾਈਫ ਵਿਥ ਸਮ ਸੋਰਟ ਆਫ ਇੰਟੇਗ੍ਰਿਟੀ, ਇਹਨੂੰ ਫੋਲੋ ਕਰ। ਖੈਰ, ਜਿਹੜੀ ਬਾਤ ਆ ਰਹੀ ਸੀਗੀ ਹਰਚੰਦੌਰੀ, ਮਿਥਿਹਾਸਕ ਤੌਰ ਤੇ ਬਾਤ ਕੀਤੀ ਗਈ ਕਿ ਰਾਜਾ ਜਿਹੜਾ ਹਰੀਸ਼ ਚੰਦਰ ਸੀਗਾ, ਉਹ ਕਹਿੰਦੇ ਬੜਾ ਸੱਚ ਨੂੰ ਪਾਲਣ ਵਾਲਾ ਸੀਗਾ। ਤੇ ਅਲਟੀਮੇਟਲੀ ਕੀ ਹੋਇਆ ਕਿ ਉਸਨੇ ਸਾਰੀ ਆਪਣੀ ਨਗਰੀ ਮੁਕਤ ਕਰ ਲਈ। ਉਹ ਸਾਰੀ ਨੂੰ ਮੋਕਸ਼ ਮਿਲ ਗਿਆ, ਮੁਕਤ ਹੋ ਗਈ। ਦੈਨ ਉਹ ਸਾਰੀ ਨਗਰੀ ਸਮੇਤ ਸਵਰਗ ਨੂੰ ਪ੍ਰਸਥਾਨ ਕਰ ਗਿਆ। ਜੋ ਸਵਰਗ ਨੂੰ ਪ੍ਰਸਥਾਨ ਕਰ ਗਿਆ ਤੇ ਉਹ ਕਹਿੰਦੇ ਰਸਤੇ 'ਚ ਉਹਦੇ 'ਚ ਫਿਰ ਹੰਕਾਰ ਆ ਗਿਆ। ਮੇਰੇ ਵਰਗਾ ਤੇ ਬੰਦਾ ਹੀ ਕੋਈ ਨਹੀਂ ਹੈਗਾ, ਮੈਂ ਤੇ ਕਮਾਲ ਕਰਤੀ। ਉਹ ਕਹਿੰਦੇ ਫਿਰ ਉੱਥੋਂ ਹੀ ਜਿਹੜੀ ਉਹ ਵਾਪਸੀ ਹੋ ਗਈ। ਜਦੋਂ ਵਾਪਸੀ ਹੋ ਗਈ ਦੈਨ ਉਹਨੇ ਆਪਣੀ ਮਿਸਟੇਕ ਨੂੰ ਰਿਅਲਾਈਜ਼ ਕੀਤਾ ਤੇ ਉਸ ਤੋਂ ਬਾਅਦ ਫਿਰ ਕਹਿੰਦੇ ਕਿ ਉਹਨੇ ਸੌਰੀ ਕਿਹਾ, ਮਾਫੀ ਮੰਗੀ। ਫਿਰ ਹੋਇਆ ਇਹ ਕਿ ਨਾ ਉਹ ਬਿਲਕੁਲ ਸਵਰਗ ਪਹੁੰਚ ਸਕਿਆ, ਨਾ ਵਾਪਸ ਮਾਤ ਲੋਕ ਆ ਸਕਿਆ। ਇਹ ਮਿਥਿਹਾਸ ਆ। ਇਸ ਨੂੰ ਰੈਸ਼ਨਲ ਸਾਈਡ ਤੇ ਬੰਦਾ ਜੇ ਪਾਉਣ ਦੀ ਟਰਾਈ ਕਰੇਗਾ ਐਂਡ ਵੀ ਵੋਂਟ ਬੀ ਏਬਲ ਟੂ ਗੈਟ ਐਨੀਥਿੰਗ। ਜਿਵੇਂ ਆਪਾਂ ਕਿਸੇ ਚੀਜ਼ ਦੇ ਜਿਵੇਂ ਖਾਸ ਕਰਕੇ ਕੋਈ ਫੈਂਟਸੀ ਹੁੰਦੀ ਹੈ, ਫਿਲਮਾਂ ਦੀ ਅਸੀਂ ਦੇਖਦੇ ਹੈਗੇ ਆ, ਉਹਨਾਂ ਦੇ ਵਿੱਚ ਵੀ ਕੁਝ ਮੈਸੇਜ ਹੁੰਦੇ ਨੇ, ਕੁਝ ਸੰਦੇਸ਼ ਹੁੰਦੇ ਨੇ, ਕੁਝ ਖਿਆਲ ਹੁੰਦੇ ਨੇ, ਕੁਝ ਚੀਜ਼ਾਂ ਹੁੰਦੀਆਂ ਜਿਹੜੀਆਂ ਕਿਸੇ ਤੱਕ ਪਹੁੰਚਾਈਆਂ ਜਾਂਦੀਆਂ ਨੇ। ਸੋ ਇਨ ਬਿਨ ਇਸ ਕਿਸਮ ਦੀਆਂ ਜਿਹੜੀਆਂ ਟਰਡੀਸ਼ਨਸ, ਇਸ ਕਿਸਮ ਦੀਆਂ ਰਵਾਇਤਾਂ ਰਹੀਆਂ। ਅੱਜ ਤੇ ਹਰ ਚੀਜ਼ ਨੂੰ ਹਰ ਤਰੀਕੇ ਨਾਲ ਯੂਜ਼ ਕੀਤਾ ਜਾ ਰਿਹਾ ਆਪਣੇ ਮੈਸੇਜ ਨੂੰ ਡਿਲੀਵਰ ਕਰਨ ਵਾਸਤੇ। ਪੁਰਾਣੇ ਸਮੇਂ ਤੇ ਕਥਾ ਕਹਾਣੀ ਇਹ ਮੈਸੇਜ ਹੁੰਦਾ ਸੀਗਾ, ਹੋਰ ਕੀ ਹੈ। ਕਹੋਬਤੀ ਕਹਿਣੀ, ਕਹਾਣੀ ਕਹਿਣੀ, ਕਿਸੇ ਨੂੰ ਚਿੱਤਰਿਤ ਕਰਕੇ ਦਰਸਾਉਣਾ ਵੀ ਆਹ ਚੀਜ਼ ਇਸ ਤਰੀਕੇ ਨਾਲ, ਲਫ਼ਜ਼ਾਂ ਗੱਲਾਂ ਬਾਤਾਂ ਦੇ ਵਿੱਚ। ਖੈਰ, ਜਿਹੜੀ ਇਹ ਬਾਤ ਕੀਤੀ ਗਈ ਕਿ ਉਹ ਫਿਰ ਹੋਇਆ ਇਹ ਕਿ ਉਹ ਨਗਰੀ ਜਿਹੜੀ ਹੈ ਉਹ ਕਹਿੰਦੇ ਰਸਤੇ 'ਚ ਰੁਕ ਗਈ ਤੇ ਉਹ ਤਾਰਿਆਂ ਦੀ ਖਿੱਤੀ ਬਣ ਗਈ। ਇੱਕ ਜਿਹੜਾ ਹੈਗਾ ਇੱਕ ਫੈਮਿਲੀ ਆਫ ਸਟਾਰਸ, ਉਸ ਰੂਪ ਦੇ ਵਿੱਚ
ਉਹ ਕਹਿੰਦੇ ਕਿ ਕਿਸੇ ਕਿਸੇ ਨੂੰ ਨਜ਼ਰ ਪੈਂਦੀ, ਕਿਸੇ ਨੂੰ ਨਜ਼ਰ ਨਹੀਂ ਪੈਂਦੀ। ਇਹ ਹੈ ਜਿਵੇਂ ਆਪਾਂ ਪਰਸੈਪਸ਼ਨ ਦੀ ਗੱਲ ਕਰ ਰਹੇ ਸੀਗੇ ਕਿ ਚੀਜ਼ਾਂ ਨੂੰ ਉਸ ਲੈਵਲ 'ਤੇ ਬਣਾਉਣਾ। ਤੁਸੀਂ ਗੱਲਾਂ ਬਾਤਾਂ ਦੇ ਨਾਲ ਕਿਸੇ ਚੀਜ਼ ਨੂੰ, ਬੱਦਲ ਉੱਡ ਰਹੇ ਹੋਣ ਅਸਮਾਨ ਦੇ ਵਿੱਚ, ਤਾਂ ਅਸਮਾਨ 'ਤੇ ਉੱਡਦੇ ਹੋਏ ਬੱਦਲਾਂ ਨੂੰ ਕਹਾਣੀ ਪਾਣੀ ਸ਼ੁਰੂ ਕਰ ਦਿਓ। ਦੇਖੋ ਘੋੜਾ ਆ, ਉਹ ਦੇਖੋ ਬੰਦਾ ਆ, ਛੋਟਾ ਬੰਦਾ ਆ, ਵੱਡਾ ਬੰਦਾ ਆ, ਤੁਹਾਨੂੰ ਉਵੇਂ ਦੇ ਬੱਦਲ ਵੀ ਦਿਸਣੇ ਸ਼ੁਰੂ ਹੋ ਜਾਣਗੇ। ਇੱਕ ਦੂਸਰਾ ਬੰਦਾ ਲੌਜੀਕਲੀ ਇਹ ਕਹੇ ਕਿੱਥੇ ਘੋੜੇ ਦੇ 4 ਪੈਰ ਹੁੰਦੇ ਨੇ, ਬੱਦਲ ਇੱਥੋਂ ਵੀ ਡਿੰਗਾ ਆ, ਥੋੜਾ ਘੋੜਾ ਕਦੋਂ ਹੈ, ਇਹ ਤਾਂ ਕੁਝ ਹੋਰ ਹੀ ਲੱਗਦਾ ਆ, ਇਹ ਤਾਂ ਲੱਗਦਾ ਜਿਵੇਂ ਛੋਟਾ ਜਿਹਾ ਆਸਟ੍ਰੇਲੀਆ ਦਾ ਨਕਸ਼ਾ ਹੁੰਦਾ। ਇਸ ਕਿਸਮ ਦੇ ਨਾਲ ਹੁਣ ਕੀ ਹੈ, ਰਾਏ ਬਦਲਣੀ ਸ਼ੁਰੂ ਹੋ ਗਈ, ਇਸ ਰੂਪ ਵਿੱਚ ਹੋ ਗਈ। ਪਰ ਇਹ ਚੀਜ਼ਾਂ ਮਤਲਬ ਇਸ ਨੂੰ ਜੇ ਬਿਲਕੁਲ ਸਿੰਪਲ ਲੈਂਗੁਏਜ ਲਿਆਂਦਾ ਜਾਏ ਤਾਂ ਇਹ ਹੈਗਾ ਇਲਿਊਜ਼ਨ। ਨਾ ਇਹ ਹੈ ਤੇ ਨਾ ਇਹ ਹੈ। ਇਹ ਹੈ ਕਿਸ ਰੂਪ ਦੇ ਵਿੱਚ ਅਸੀਂ ਉਸ ਨੂੰ ਐਕਸਪਲੇਨ ਕਰਦੇ ਹਾਂ, ਉਸ ਨੂੰ ਅਸੀਂ ਅੰਡਰਸਟੈਂਡ ਕਰਦੇ ਹਾਂ, ਉਸ ਨੂੰ ਪ੍ਰੈਜ਼ੈਂਟ ਕਰਦੇ ਹਾਂ। ਜਿਹੜਾ ਬਚਨ ਆਇਆ ਨਾ, ਹਰ ਚੰਦੌਰੀ ਚਿੱਤ ਭਰਮ ਸਖੀਏ, ਭਰਮ ਹੀ ਹੁੰਦਾ ਹੈ। ਭਰਮ ਦੀ ਦਸ਼ਾ ਕੁਝ ਹੋਰ ਨਹੀਂ ਹੁੰਦੀ। ਭਰਮ ਦੀ ਦਸ਼ਾ ਕੀ ਹੈ? ਬੜਾ ਕਲੀਅਰ ਕੱਟ ਭਗਤ ਜੀ ਨੇ ਕਿਹਾ, ਮਾਧਵੇ ਕਿਆ ਕਹੀ ਹੈ ਭਰਮ ਐਸਾ, ਜੈਸਾ ਮਾਨੀਏ ਹੋਏ ਨਾ ਤੈਸਾ। ਆਈ ਕੰਪਲੀਟਲੀ ਸਲੂਟ। ਮੈਂ ਤੇ ਬਿਲਕੁਲ ਸਰੈਂਡਰ ਹੀ ਕਰ ਜਾਣਾ ਜਦੋਂ ਐਵੇਂ ਦੇ ਇਸ ਤਰੀਕੇ ਨਾਲ ਬਚਨ ਪੜ੍ਹਦਾ। ਦੇਖੋ, ਜਿਹੜਾ ਤੁਸੀਂ ਕਨਫਿਊਜ਼ਨ ਕਹਿ ਲਓ, ਤੁਸੀਂ ਡਾਊਟ ਕਹਿ ਲਓ, ਤੁਸੀਂ ਇੱਕ ਐਕਸਟ੍ਰੀਮ ਇਲਿਊਜ਼ਨ ਕਹਿ ਲਓ, ਇਹਦੀ ਕੋਈ ਸਿੰਪਲ ਡੈਫੀਨੇਸ਼ਨ ਨਹੀਂ ਹੈਗੀ। ਇਹਦੀ ਡੈਫੀਨੇਸ਼ਨ ਇਹੀ ਹੈ ਕਿ ਜਦੋਂ ਤੁਸੀਂ ਇਸ ਸ਼ਬਦ ਨੂੰ ਪੜ੍ਹਦੇ ਹੋ, ਜੈਸਾ ਮਾਨੀਏ, ਜੋ ਤੁਸੀਂ ਮੰਨ ਕੇ ਬੈਠੇ ਹੋ ਜਦੋਂ ਉਹ ਹੈ ਹੀ ਨਹੀਂ, ਤੁਸੀਂ ਕੁਝ ਹੋਰ ਬਣਾ ਲਿਆ। ਹੁਣ ਇਹ ਹੈ ਕਿ ਉਹ ਤਾਰਿਆਂ ਦੀ ਖਿੱਤੀ ਜਾਂ ਉਹ ਕੁਛ ਅਸਮਾਨੀ ਨਗਰੀ, ਜਾਂ ਕਈਆਂ ਨੇ ਇਹ ਵੀ ਕਿਹਾ ਕਿ ਜਿਵੇਂ ਅਸੀਂ ਭਾਈ ਗੁਰਦਾਸ ਜੀ ਰਚਨਾ, ਹਰ ਚੰਦੌਰੀ ਝਾਤ ਵਸਾਏ ਉਚਾਲੀਅਨ, ਹਰ ਚੰਦੌਰੀ ਝਾਤ ਵਸਾਏ ਉਚਾਲੀਅਨ। ਪੁਰਾਣੇ ਸਮੇਂ ਆਪਨੇ ਸਰਕਸ ਵਗੈਰਾ ਹੁੰਦੀਆਂ ਦੇਖੀਆਂ ਹੋਣਗੀਆਂ, ਵੱਡੀਆਂ ਵੱਡੀਆਂ ਸਰਕਸ ਹੁੰਦੀਆਂ ਸੀਗੀਆਂ ਜਦੋਂ TV ਆਮ ਅਵੇਲੇਬਲ ਨਹੀਂ ਸੀਗਾ, ਅਤੇ ਲੋਕਾਂ ਦੇ ਇੰਟਰਟੇਨਮੈਂਟ ਕਰਨ ਵਾਸਤੇ। ਜਾਂ ਸਰਕਸ ਕਿਉਂਕਿ ਇਹ ਯੂਰਪੀਅਨ ਮਾਡਲ ਆਇਆ ਸੀਗਾ, ਜਿਹੜਾ ਇੱਕ ਤਰ੍ਹਾਂ ਦੇ ਨਾਲ ਬਸਤੀਵਾਦ ਦੇ ਨਾਲ ਹੀ ਆਇਆ। ਪਰ ਜੇ ਆਪਾਂ ਆਪਣੇ ਉਸ ਖਿੱਤੇ ਹੀ ਦੇਖਦੇ ਹਾਂ ਤਾਂ ਉੱਥੇ ਸਾਂਗ ਅਤੇ ਨੌਟੰਕੀ ਹੁੰਦੀ ਸੀ। ਜਾਂ ਜੇ ਅਸੀਂ ਪੰਜਾਬ ਦੀ ਬਿਲਕੁਲ ਫਿਜ਼ਾਂ ਵਾਲੇ ਪਾਸੇ ਚਲੇ ਜਾਈਏ, ਪਰਲੇ ਪਾਸੇ ਦਰਿਆਏ ਸਤਲੁਜ ਤੋਂ ਪਰਾਂ ਨੂੰ, ਅਤੇ ਉਸ ਪਾਸੇ ਨੂੰ ਪੁਰਾਣੇ ਟਰਡੀਸ਼ਨ ਦੇ ਵਿੱਚ ਆਈਦਰ ਕਿੱਸੇ ਹੁੰਦੇ ਸੀਗੇ, ਕਿੱਸੇ ਸੁਣਾਏ ਜਾਂਦੇ ਸੀਗੇ ਸਟੇਜਾਂ 'ਤੇ ਖੜੇ ਹੋ ਹਵਾ ਕੇ, ਅਤੇ ਜਾਂ ਫਿਰ ਗਵਈਏ ਹੁੰਦੇ ਸੀ ਜਿਹੜੇ ਕਿਸੇ ਕਹਾਣੀਆਂ ਗਾਉਂਦੇ ਸੀਗੇ। ਬੈਂਤ ਤੁਸੀਂ ਦੇਖਦੇ ਹੋ ਸਾਰੇ ਜਿਹੜੇ ਵਾਰਸ 'ਤੇ ਲਿਖੇ ਹੋਏ, ਜਾਂ ਦਮੋਦਰ ਦੇ, ਜਾਂ ਇਹੋ ਜਿਹੇ ਸਾਰੇ ਉਹ ਰੂਪਾਂ ਦੇ 'ਚ, ਇਹ ਪੁਰਾਣਾ ਉਹ ਫੋਕ ਦਾ ਰੰਗ ਸਾਰਾ ਉਸ ਰੂਪ ਦੇ ਵਿੱਚ ਕਿਤੇ ਵਿਜ਼ੂਅਲਾਈਜ਼ ਕੀਤਾ ਜਾਂਦਾ ਸੀ, ਕਿਤੇ ਵਿਜ਼ੂਅਲਾਈਜ਼ ਨਹੀਂ ਸੀ ਕੀਤਾ ਜਾਂਦਾ। ਪਰ ਇਹ ਹੁੰਦਾ ਕੀ ਸੀਗਾ ਕਿ ਜਿਵੇਂ ਕੋਈ ਸਾਂਗ ਮੰਡਲੀ ਹੈ ਜਾਂ ਨੌਟੰਕੀ ਮੰਡਲੀ ਹੈ ਜਾਂ ਸਰਕਸ ਹੈ ਬਹੁਤ ਵੱਡੀ, ਉਹ ਬਿਲਕੁਲ ਇੱਕ ਖਾਲੀ ਗਰਾਊਂਡ ਪਿਆ, ਉਜਾੜ ਪਈ, ਉੱਥੇ ਕੁਛ ਨਹੀਂ ਹੈਗਾ। ਇੱਕਦਮ ਕੀ ਹੋਇਆ, ਉਹ ਸਵਾਂਗ ਵਾਲਿਆਂ ਦੀ, ਉਹ ਸਰਕਸ ਵਾਲਿਆਂ ਦੀ, ਜਿਵੇਂ ਵੱਡੀਆਂ ਵੱਡੀਆਂ ਅਪੋਲੋ ਜਾਂ ਹੋਰ ਸਰਕਸ ਸੀਆਂ ਇੰਡੀਆ ਦੇ, ਜੇ ਕਿਸੇ ਦੇਖਿਆ ਹੋਏ, ਮੈਨੂੰ ਬਹੁਤ, ਮੈਂ ਛੋਟੇ ਹੁੰਦੇ ਇੱਕ ਸ਼ੋਅ ਦੇਖਿਆ ਸੀਗਾ, ਅਤੇ ਸਾਡੇ ਉਹ ਸ਼ਹਿਰ ਦੇ 'ਚ ਬੱਸ ਸਟੈਂਡ ਦੇ ਨਾਲ ਇੱਕ ਬੜਾ ਏਰੀਆ ਖਾਲੀ ਪਿਆ ਹੁੰਦਾ ਸੀਗਾ ਡਿਸਟ੍ਰਿਕਟ ਦੇ ਵਿੱਚ, ਅਤੇ ਉੱਥੇ ਆਮ ਕਰਕੇ ਤਾਂ ਕੁਛ ਨਹੀਂ ਸੀ ਹੁੰਦਾ। ਉਹ ਗੱਡੀਆਂ 2-4 ਖੜੀਆਂ ਹੁੰਦੀਆਂ ਸੀਗੀਆਂ ਯੂਨੀਅਨ ਵਾਲਿਆਂ ਦੀਆਂ, ਜਿਹੜੀਆਂ ਕਾਰਾਂ ਵਗੈਰਾ ਰੈਂਟ ਲੋਕੀ ਕਰਦੇ ਸੀਗੇ। ਅਤੇ ਜਦੋਂ ਉਹ ਆ ਕੇ ਸਰਕਸ ਦਾ ਆ ਕੇ ਟੈਂਟ ਲੱਗ ਗਿਆ, ਇੰਝ ਕਹਿ ਲਓ ਕਿ ਇੱਕ ਪੂਰੇ ਦਾ ਪੂਰਾ ਨਗਰ ਵਸ ਗਿਆ। ਜੇ ਕੋਈ ਬੰਦਾ ਜਿਸਨੇ ਕਦੀ ਉਸ ਸ਼ਹਿਰ ਦੀ ਉਸ ਜਗ੍ਹਾ ਨੂੰ ਖਾਲੀ ਨਾ ਦੇਖਿਆ ਹੋਏ, ਕਦੀ ਉਸ ਰੂਪ ਵਿੱਚ ਨਾ ਆਇਆ ਹੋਏ, ਉਹ ਕਿਤੇ ਉਸ ਦਿਨ ਉੱਥੇ ਆਵੇ, ਉਹਨੂੰ ਲੱਗੇ ਹੱਦ ਹੋ ਗਈ, ਇਹ ਤੇ ਸ਼ਹਿਰ ਦੇ 'ਚ ਬੜਾ ਵੱਡਾ ਇੱਕ ਦੂਜਾ ਸ਼ਹਿਰ ਦਾ ਹਿੱਸਾ ਵਸਦਾ ਇੱਥੇ, ਤੇ ਇਹ ਤੇ ਪੂਰਾ ਸ਼ਹਿਰ ਹੀ ਹੈ। ਅਸਲੀ ਸ਼ਹਿਰ ਕੋਈ ਨਹੀਂ ਗਾ ਉੱਥੇ। ਜੈਸਾ ਮਾਨੀਏ ਹੋਏ ਨਾ ਤੈਸਾ। ਹੋਣਾ ਕੀ ਹੈ, ਉਹਨਾਂ ਨੇ ਹਫ਼ਤਾ 2 ਹਫ਼ਤੇ ਰਹਿਣਾ, 2 ਹਫ਼ਤੇ ਬਾਅਦ ਓਵਰਨਾਈਟ ਇੱਕ ਦਿਨ ਉਹਨਾਂ ਨੇ ਡਿਸੀਜਨ ਬਣਾਇਆ ਕਿ ਵੀ ਆਰ ਮੂਵਿੰਗ ਫਰੋਮ ਹੇਅਰ, ਦੈਨ ਵਾਟ ਗੋਇੰਗ ਟੂ ਹੈਪਨ। ਉਹ ਆਪਣਾ 1 ਦਿਨ ਜਾਂ 2 ਦਿਨ ਸਾਰਾ ਸਮਾਨ ਚੱਕ ਲੈਣਗੇ। ਜੇ ਕੋਈ ਬੰਦਾ ਹਫ਼ਤੇ ਬਾਅਦ ਦੁਬਾਰਾ ਆਵੇ ਉੱਥੇ, ਉਹ ਕਹੇ ਹੱਦ ਹੋ ਗਈ, ਇੱਥੇ ਤਾਂ ਨਗਰ ਸੀ ਬੜਾ ਵੱਡਾ, ਕਿੱਧਰ ਗਿਆ ਉਹ, ਕਿੱਧਰ ਗਈ ਸਾਰੀ ਨਗਰੀ। ਇਹਨੂੰ ਫਿਰ ਗੰਧਰਵ ਨਗਰੀ ਵੀ ਕਿਹਾ ਗਿਆ। ਇਸ ਤਰ੍ਹਾਂ ਕਹਿ ਲਓ ਇੱਕ ਭਰਮ ਦੀ ਅਵਸਥਾ ਆ। ਬੰਦਾ, ਇਹਨੂੰ ਸਾਹਿਬ ਨੇ ਕਿਹਾ, ਹਰ ਚੰਦੌਰੀ ਚਿੱਤ ਭਰਮ ਸਖੀਏ, ਆਪਣੇ ਚਿੱਤ ਵਿੱਚ, ਜਿਹਨੂੰ ਆਪਾਂ ਇਸ ਤਰ੍ਹਾਂ ਕਹਿ ਲਈਏ, ਲੋਕ ਕਹਿੰਦੇ ਨਾ ਸੁਪਨਿਆਂ ਦਾ ਮਰ ਜਾਣਾ, ਬੰਦੇ ਦਾ ਮਰ ਜਾਣਾ ਆ। ਆਪਨੇ ਲਿਟਰੇਚਰ 'ਚ ਬੜੀ ਵਾਰੀ ਪੜ੍ਹਿਆ ਹੋਣਾ। ਇਹ ਪ੍ਰਗਤੀਵਾਦ ਲਿਟਰੇਚਰ ਨੇ ਥੋੜ੍ਹਾ ਬਹੁਤਾ ਇਸ ਰੂਪ ਵਿੱਚ ਲਿਖਿਆ। ਜੇ ਮਾਡਰਨ ਸਾਈਕੋਲੋਜੀ 'ਚ ਆ ਜਾਓਗੇ ਤੁਸੀਂ, ਅਤੇ ਮਾਡਰਨ ਸਾਈਕੋਲੋਜੀ 'ਚ ਬਹੁਤ
ਕਲੀਅਰਲੀ ਇਹ ਚੀਜ਼ਾਂ ਲਿਖੀਆਂ ਗਈਆਂ ਨੇ। ਵੈਨ ਵੀ ਟਾਕ ਅਬਾਊਟ ਹੋਪ, ਤੇ ਅਸੀਂ ਹੋਪ ਦੀ ਗੱਲ ਕਰਦੇ ਹਾਂ, ਤੇ ਹੋਪ ਦੇ ਵਿੱਚ ਬੰਦੇ ਨੂੰ ਡਿਸਟਿੰਗੁਇਸ਼ ਕਰਨਾ ਪਏਗਾ ਕਿ ਹੋਪ ਜਿਹੜੀ ਹੈ ਉਹ ਕਿਸੇ ਇਨਫਲੂਐਂਸ ਵਿੱਚੋਂ ਆ ਰਹੀ ਹੈ ਜਾਂ ਪ੍ਰੋਪਰ ਕਿਸੇ ਇਨਫੋਰਮੇਸ਼ਨ ਵਿੱਚੋਂ ਆ ਰਹੀ ਹੈ। ਆਲਵੇਜ਼ ਅਲਾਓ ਸਮ ਸੋਰਟ ਆਫ ਵਿਸ਼ੇਜ਼ which are coming with information which are informed toward you, ਕਿ ਆ ਚੀਜ਼ਾਂ ਕੈਲਕੂਲੇਟ ਕਰਕੇ ਐਵੇਂ ਹੁੰਦੀਆਂ ਤੇ ਸਭ ਕੁਝ, ਤੇ ਤੁਸੀਂ ਥੋੜੇ ਕਲੀਅਰ ਗਰਾਊਂਡ ਦੇ ਨੇੜੇ ਰਹੋ। ਜੇ ਤੁਸੀਂ ਕਿਸੇ ਇਨਫਲੂਐਂਸ ਦੇ ਵਿੱਚ, ਇਨਫਲੂਐਂਸ ਕੀ ਹੁੰਦਾ ਆ, ਸਪੋਜ਼ ਕਿਸੇ ਨੇ ਕੋਈ ਨਿਊਜ਼ ਸੁਣੀ ਵੀ ਨਾ ਜਿਹੜਾ ਬੰਦਾ ਆਇਆ ਕੈਨੇਡਾ 'ਚ ਨਵਾਂ, ਤੇ ਨਵਾਂ ਆ ਕੇ ਪਤਾ ਹੀ ਕੀਤਾ ਉਸਨੇ ਪਹਿਲੀ ਜੌਬ ਸ਼ੁਰੂ ਕੀਤੀ, ਪਹਿਲੀ ਜੌਬ ਦਾ ਚੈੱਕ ਮਿਲਿਆ, ਉਸ ਜੌਬ ਦੇ ਚੈੱਕ ਦੇ ਨਾਲ ਉਹਨੇ 5 ਲਾਟਰੀਆਂ ਬਾਏ ਕੀਤੀਆਂ। ਹਫ਼ਤੇ ਬਾਅਦ 2 ਲਾਟਰੀਆਂ ਲੱਗ ਗਈਆਂ ਜਨਾਬ ਇਕੱਠੀਆਂ, ਇੱਕ ਕੋਈ 20 ਮਿਲੀਅਨ ਦੀ, ਇੱਕ ਕੋਈ 5 ਮਿਲੀਅਨ ਦੀ, 15 ਮਿਲੀਅਨ ਦਾ ਮਾਲਕ ਬਣ ਗਿਆ। ਵਾਓ, ਇਹ ਕੀ ਹੈ? ਇਹ ਕੋਈ ਇਨਫੋਰਮੇਟਿਵ ਡਿਸੀਜਨ ਜਾਂ ਇਨਫੋਰਮੇਟਿਵ ਜਿਹੜੀ ਉਹ ਚੀਜ਼ ਨਹੀਂ ਆ ਰਹੀ। ਬੰਦੇ ਦੇ ਮਾਈਂਡ ਨੂੰ ਡਿਸਟਰੈਕਟ ਕੀਤਾ ਜਾ ਰਿਹਾ। ਹੁਣ ਇੱਕ ਯੰਗ ਬਲੱਡ ਇਸ ਤਰੀਕੇ ਸੋਚੇਗਾ ਵੀ ਚਲੋ ਕੋਈ ਗੱਲ ਨਹੀਂ, ਆਪਾਂ ਨਾ $15 ਹੀ ਨੇ, ਆਪਾਂ ਹੀ ਪਾ ਦੇਣਾ ਲੋਟਰੀ। ਤੇ ਇਕੱਲੀ ਲੋਟਰੀ ਨਹੀਂ ਹੁੰਦੀ। ਅਸੀਂ ਜਿਹੜਾ ਕਈ ਵਾਰੀ ਕਹਿੰਦਾ ਸ਼ੇਖ ਚਿੱਲੀ ਦੇ ਸੁਪਨੇ, ਅਸਲੇ ਸ਼ੇਖ ਚਿੱਲੀ ਦੇ ਸੁਪਨੇ ਜੋ ਉਹਦੇ ਕੋਲ ਸੀ ਉਹਨੂੰ ਵੀ ਉਜਾੜ ਦਿੰਦੇ। ਆਪਣੀ ਕਹਾਣੀ ਸੁਣੀ ਕਈ ਵਾਰੀ, ਉਹ ਸਾਰੀ ਮਤਲਬ ਅਖੀਰ ਕੁਛ ਵੀ ਨਹੀਂ ਬਚਦਾ ਉਹਦੇ ਕੋਲ। ਇਹ ਕੀ ਹੈ? ਗਲਤ ਸੁਪਨਾ ਸਜਾ ਲਿਆ ਉਸਨੇ। ਉਸ ਸੁਪਨੇ 'ਚ ਬਹੁਤ ਜ਼ਿਆਦਾ ਇਨਵੈਸਟਮੈਂਟ ਕਰ ਦਿੱਤੀ ਇਮੋਸ਼ਨਲੀ। ਹੁਣ ਉਹ ਸਾਰੀ ਇਮੋਸ਼ਨਲੀ ਕੀਤੀ ਇਨਵੈਸਟਮੈਂਟ ਕੀ ਹੋਏਗੀ? ਪਨਿਸ਼ਮੈਂਟ। ਜਦੋਂ ਚੀਜ਼ ਹਰ ਚੰਦੌਰੀ, ਉਹ ਨਗਰੀ ਤੇ ਹੈ ਨਹੀਂ ਕਿਤੇ, ਉਹ ਤੇ ਐਕਚੁਅਲੀ ਜਿਹੜੀ ਉਹ ਚੀਜ਼ ਆ ਉਹ ਤੇ ਜਸਟ ਤੇਰੀ ਕੈਲਕੂਲੇਸ਼ਨ ਸੀ ਸਾਰੀ, ਤੇ ਕੈਲਕੂਲੇਸ਼ਨ ਵੀ ਰੋਂਗ ਸੀਗੀ, ਉਹ ਸੈੱਟ ਹੀ ਨਹੀਂ ਬੈਠੀ। ਇਹ ਭਰਮ ਆ, ਜੈਸਾ ਮਾਨੀਏ ਹੋਏ ਨਾ ਤੈਸਾ, ਨਾ ਕਰ ਇਸ ਵਿੱਚ ਨਾ ਗਵਾਚ। ਗੁਰੂ ਅਰਜਨ ਸਾਹਿਬ ਕਹਿੰਦੇ ਹਰ ਚੰਦੌਰੀ ਚਿੱਤ ਭਰਮ ਸਖੀਏ ਨਾ। ਹੇ ਸਖੀਏ, ਆਪਣੇ ਚਿੱਤ ਨੂੰ ਇੱਥੇ ਨਹੀਂ ਭਟਕਣ ਦੇਣਾ, ਇਸ ਲੈਵਲ ਤੇ ਨਹੀਂ ਆਉਣਾ, ਇਸ ਤਰੀਕੇ ਇਸ ਪਾਸੇ ਨਹੀਂ ਜਾਣਾ। ਮ੍ਰਿਗ ਤ੍ਰਿਸ਼ਨਾ ਦ੍ਰਮ ਛਾਇਆ। ਮ੍ਰਿਗ ਤ੍ਰਿਸ਼ਨਾ ਅਸੀਂ ਸਾਰੇ ਸਮਝਦੇ ਹਾਂ, ਮ੍ਰਿਗ ਤ੍ਰਿਸ਼ਨਾ ਕੀ ਹੁੰਦੀ ਹੈ? ਦੂਰ ਤੱਕ ਵੇਖਿਆ, ਨਜ਼ਰ ਮਾਰਿਆ, ਰੇਗਿਸਤਾਨ 'ਚ ਪਾਣੀ ਦਿਸਦਾ, ਮ੍ਰਿਗ ਸੋਚਦਾ ਕਿ ਬਸ ਥੋੜਾ ਜਿਹਾ ਹੀ ਭੱਜਣਾ ਹੈ, ਤੇ ਪਾਣੀ ਉਹ ਆ, ਪਹੁੰਚ ਗਏ ਆਪਾਂ, ਭੱਜੀ ਜਾਏ। ਜਿੰਨਾ ਕੁ ਭੱਜ ਕੇ ਪਹੁੰਚੇਗਾ ਉੱਥੇ, ਉਹ ਤੋਂ ਪਤਾ ਲੱਗਦਾ ਨਹੀਂ ਬਸ ਪਾਣੀ ਇੰਨਾ ਕੀ ਹੋਰ ਅੱਗੇ ਹੈ, ਬਸ ਥੋੜਾ ਜਿਹਾ ਹੋਰ ਦੌੜਨਾ। ਐਗਜ਼ੈਕਟਲੀ ਨਾਲ ਕਿਹਾ ਗਿਆ ਦ੍ਰੁਮ ਛਾਇਆ। ਦ੍ਰੁਮ ਛਾਇਆ, ਦ੍ਰੁਮ ਦਰਖਤ ਨੂੰ ਕਿਹਾ ਗਿਆ, ਬਿਰਖ ਨੂੰ। ਬਿਰਖ ਦੀ ਛਾਂ ਨਾਲ ਸਨੇਹ ਕਰਨ ਵਾਲੇ ਲੋਕ ਅਕਸਰ ਧੋਖਾ ਖਾਂਦੇ ਨੇ, ਕਿਉਂਕਿ ਬਿਰਖ ਦੀ ਛਾਂ ਜਿੱਥੇ ਹੈ ਇਹ ਸਟੇਬਲ ਨਹੀਂ ਹੈ। ਕਿਉਂਕਿ ਜਦੋਂ ਜਿਹੜੀ ਚੀਜ਼ ਨੂੰ ਛਾਂ ਬਣਾ ਰਹੀ ਹੈ, ਸੂਰਜ, ਉਹ ਮਾੜਾ ਜਿਹਾ ਮੂਵ ਕਰੇਗਾ, ਤੇ ਜਿਹਨੇ ਮੂਵ ਕਰਨਾ ਹੀ ਹੈ ਉਹ ਬਿਰਖ ਦੀ ਛਾਂ ਨਾਲ ਹੀ ਮੂਵ ਕਰ ਜਾਏਗੀ। ਉਸੇ ਵਕਤ ਹੀ ਜਿਹੜਾ ਇਹ ਸੰਸਾਰ ਆ, ਇਹਦੇ ਵਿੱਚ ਅਨਸਰਟਨਟੀ ਇਹਦਾ ਪਾਰਟ ਆ। ਇਹਦੇ ਵਿੱਚ ਜੀਵਨ ਦੇ ਅੰਦਰ ਚੀਜ਼ਾਂ ਬਦਲਦੀਆਂ, ਟੁੱਟਦੀਆਂ, ਭੱਜਦੀਆਂ, ਸਭ ਚੀਜ਼ਾਂ ਹੁੰਦੀਆਂ। ਫਿਰ ਸਭ ਤੋਂ ਵੱਡੀ ਗੱਲ ਇਹ ਹੈ, ਇਸ ਸਾਰੇ ਦੇ ਅੰਦਰ ਸਾਰਾ ਕੁਝ ਤੇਰੀ ਕੈਲਕੂਲੇਸ਼ਨ ਦੇ ਮੁਤਾਬਕ ਨਹੀਂ ਚੱਲੇਗਾ। ਗੁਰੂ ਮਹਾਰਾਜ ਇਹ ਸੰਦੇਸ਼ ਦਿੰਦੇ, ਜਿੱਥੇ ਮੈਂ ਬਾਤ ਸ਼ੁਰੂ ਕੀਤੀ ਸੀ ਨਾ ਕਿ ਟਰੁਥਫੁਲਨੈਸ ਦੀ, ਹਾਲਾਂਕਿ ਹਰਿਸ਼ਚੰਦਰ ਦੇ ਕਰੈਕਟਰ ਦੇ ਵਿੱਚੋਂ ਵੀ ਇਹ ਬਾਤ ਆ, ਪਰ ਕਹਾਣੀਨੁਮਾ ਬਾਤ ਦੇ ਵਿੱਚੋਂ ਤੁਸੀਂ ਇਸ ਤਰੀਕੇ ਨਾਲ ਪੈਂਦੇ ਆ ਕਿ ਭਲੇ ਬੰਦੇ, ਕਈ ਵਾਰ ਇਹ ਵੀ ਹੁੰਦਾ ਜਿਸ ਚੀਜ਼ ਵਾਸਤੇ ਕੋਈ ਕਹਾਣੀ ਕਹੀ ਜਾਂਦੀ, ਕੋਈ ਬਾਤ ਕਹੀ ਜਾਂਦੀ, ਉਸ ਕਹਾਣੀ, ਉਸ ਬਾਤ ਦੇ ਮਾਇਨੇ ਕਹਾਣੀ ਕਹਿਣ ਵਾਲੇ ਤੇ ਸੁਣਨ ਵਾਲੇ ਦੇ ਪਰਸੀਵ ਕਰਨ ਦੇ ਲੈਵਲ ਤੇ ਖਤਮ ਹੋ ਜਾਂਦੇ ਉਸ ਰੂਪ ਦੇ ਅੰਦਰ। ਸੋ ਇਹ ਬਾਤ ਹੈ ਕਿ ਬੰਦੇ ਕਿਸੇ ਭਰਮ ਵਿੱਚ ਨਾ ਪਈ, ਕਿਸੇ ਭਟਕਣਾ 'ਚ ਨਾ ਪਈ, ਸੱਚਾਈ ਦੇ ਨੇੜੇ ਰਹੀ। ਦੂਸਰੀ ਲਾਈਨ ਨਾਲ ਲੈ ਲਈਏ, ਚੰਚਲ ਸੰਗ ਨਾ ਚਾਲਤੀ ਸਖੀਏ ਅੰਤ ਚ ਤਜ ਜਾਵਤ ਮਾਇਆ। ਚੰਚਲ ਸੰਗ ਨਾ ਚਾਲਤੀ ਸਖੀਏ, ਚੰਚਲ ਜਿਹੜੀ ਬਹੁਤ ਚੰਚਲ ਬਿਰਤੀ ਹੈ, ਮਾਇਆਵੀ ਦੁਨੀਆ, ਪਦਾਰਥਕ ਦੁਨੀਆ। ਹੁਣ ਇਹ ਪਦਾਰਥਕ ਦੁਨੀਆ ਦੇ ਬਾਬਤ ਇਸ ਤਰ੍ਹਾਂ ਜਾਣੋ ਕਿ ਜਿਵੇਂ ਸੰਸਾਰ ਦੇ ਵਿੱਚ ਜਿਹਨੂੰ ਮਹਾਰਾਜ ਨੇ ਕਿਹਾ, ਮਾਟੀ ਕੋ ਪੁੱਤਰਾ ਕੈਸੋ ਨਚਤ ਹੈ। ਇਹ ਮਿੱਟੀ ਦੇ ਪੁਤਲੇ ਦੀ ਹਾਲਤ ਦੇਖੋ ਕਿਵੇਂ ਨੱਚ ਰਿਹਾ ਹੈ। ਜਬ ਕਿਛ ਪਾਵੈ ਗਰਭ ਕਰਦਾ ਹੈ। ਚੰਚਲ ਬਿਰਤੀ ਹੀ ਹੁੰਦੀ ਹੈ, ਪੈਰ ਛੱਡ ਜਾਣੇ ਆਪਣੇ। ਮਾੜਾ ਜਿਹਾ ਕੁਝ ਮਿਲਿਆ ਨਹੀਂ, ਕੁਝ ਪ੍ਰਾਪਤ ਹੋਇਆ ਨਹੀਂ, ਤੇ ਬੰਦਾ ਚੰਚਲਤਾ ਦੇ ਅੰਦਰ ਗਵਾਚ ਗਿਆ। ਇਹ ਚੰਚਲਤਾ ਵਿੱਚ ਗਵਾਚਣ ਦੇ ਨਾਲ ਦੂਰ ਅੰਦੇਸ਼ ਨਹੀਂ ਹੋਏਗਾ,
दुख भोगेगा। दूसरी चीज, चंचल संग न चालती सखी अंत तज जावत माया। अंत तज जावत, जे जीवन नूं सिर्फ ते सिर्फ पदार्थक इन्हां चीज़ां नाल जोड़ लवांगे, आइदर पदार्थ हत्थां चों खिसकदा दिसेगा, जे वो खिसकदा नहीं भी दिसेगा तो जीवन मुकदा दिसेगा। दोनों चों एक चीज़ साडी सुरत, साडी कॉन्शियस विटनेस करेगी पक्के तौर पर। ये पक्की बात है। इन्हूं मैं सिंपल एग्जाम्पल विच लैके आवां। साडे इत्थे कोई जानकार फैमिली दे विचों बंदे, जिवें एकदम तुसीं देखते हो ना वर्ल्ड वाइड एक पिछले कोई भी 25-30 सालों के एक रियल स्टेट का बुखार जा चढ़िया। कदी इत्थे एकदम बबल बनना शुरू हो जाता है, कदी इत्थे बनना शुरू हो जाता है। तो मनुखी मन दे विच क्रेज़ सरमाए का बहुत ज़्यादा है, तो बंदा एकदम सरमाएदारी वाले पासे नूं भजदा। ते सरमाएदार होना गलत गल नहीं, जो पहले ही बात की कि एक शेख चिली की इमारत सजानी गलत है। हुण हुंदा कि वो किते इन्फ्लुएंस आउंदा। इंडिया के चोणां दिनां च एक बूम जिहा आया सीगा प्रॉपर्टीज़ दे विच, एकदम मतलब रातों रात चीज़ां वधनियां शुरू हो गईयां। इन्वैसटर्स दुनिया भर तो भज रहे सी उधर नूं। वो भी इत्थे सीगे, उन्होंने भी सोचा बात ही बन गई। उधरों किते सज्जना ने खबरां देनियां भी एक प्लॉट खरीदिया सीगा पिछले हफ्ते, उहदी कीमत सीगी सपोज करो 1 लाख, अगले हफ्ते हो गया 2 लाख। बंदा ते लालच ते जिन्हों चला रहा उहदी ते नींद हो उड़ जाएगी, उन्होंने लगा हद हो गई। आपां ते सारी उम्र च इन्हें नहीं बना सके, डबल ट्रिपल इन्नी ज़्यादा रिटर्न आ विल गो देयर। खैर बिना किसी ग्राउंड इन्फॉर्मेशन तो कुछ इत्थों जिहड़ा अपना सीगा वड्डा हिस्सा जो जीवन भर कमाया जोड़िया सीगा वो जाके लगाता। तो हुण जिहड़े लोग उत्थे खास करके इस किस्म दे नाल कैलकुलेशन करके चलते ने, जिन्होंने असीं स्पैकुलेटर्स कहते हैगे आ, वो तो नठ गए। हुण नठ गए तो स्टक हो गया। जो स्टक हो गया तो हुण हालत ये बन गई कि मन मंडल दे कित्थे नींद आवे। चंचल जिस मन ने सारा कुछ किया सीगा, वो मन की हालत ये बन गई कि रात की नींद नहीं आ रही। ये बाबत जिहड़ी मैडिकल साइंसिस ने या खास करके साइकोलॉजी च बात कही जाती है कि बंदा पानी तो बिना तो हो सकता है 72-74 घंटे या इन्ने घंटे सरवाइव कर जे। फूड तो बिना हो सकता है कि बंदा 2-3-4-5 हफ्ते सरवाइव कर जे। पर यह पक्की गल आ कि जे बंदे नूं नींद ना आई प्रॉपरली तो उहदा सर्वाइवल हफ्ता भी शायद ना हो सके, क्योंकि नींद तो बिना तुहाडा सारे का सारा सिस्टम जिहड़ा हैगा एकदम नीम पागलों वर्गा हो जाएगा। सो इस किस्म की हालत वाले पासे हुण नींद नहीं आ रही, उन्होंने मैडिकल हैल्प दी जा रही, सब चीज़ां हो रही। मैनू परिवार के जो किसी मैंबर ने अप्रोच की, कहते भाई साहब आ गल हुई है। मैं कहा जी तुसीं असैसमेंट करवाओ, साइकोलॉजिकल असैसमेंट। वो कहते सब करवाया। मैं काउंसलिंग वगैरह करवाओ, फिर कहते वो भी हो रही है जी सब चीज़ां, बट देयर इज़ नो एनी एक्चुअली चेंज। प्लीज़ कैन यू एक्चुअली एटलीस्ट सी विद हिम एट वन टाइम। ठीक है जी, मैनू थोड़ा मैं चला गया। बात हुई तो हुण जिवें मैं गया तो मैनू कहते भी कल मौका बनया। वो कहते भी तुहानू सारे दी सारा ना जिहड़ा हैगा एक क्रैश कोर्स कराउणगे भी जो कुछ होया जो कुछ कीता, तो प्लीज़ उन्होंने तुसीं कर लिओ। मैं कहना साडी ट्रेनिंग ये हुंदी, कोई गल नहीं इहो जी, मतलब चिंता ना करो। वो जी सारी A to G जिथों काम शुरू होया उत्थों लैके सारा पेपर वर्क 2 फाइलां एडियां बनाईयां ते विखाया मैनूं। विखा के कहंदा है कि आ देखो जिहड़ी कैलकुलेशन के मुताबिक सब चीज़ां चल रही सी, उहदे मुताबिक अज मैं इन्ने करोड़ का मालक होना चाहिए सा। हालत यह है मैं इन्ने करोड़ के नुकसान च जा रहा वा। मेरे घर वाला कोई गल नहीं सुन रहा मेरी, मैं इस तरीके नाल दुखी हाँ, मैनू तंग करते हैं। मतलब वो सारी बात उल्टी कहे उस रूप में। मैं कहा जी बिल्कुल ठीक है, सब चीज़ां बिल्कुल वधिया ने, तुहाडी गल सुन ली सब कुछ। ये सपोज करो इन्ने करोड़ बन भी जाए, हो भी जाए, मैं खरीद लेना इन्ने करोड़ के। सपोज मैं समझो गाहक ही हाँ तुहाडा इस तरीके नाल। एज की है तुहाडी? कहते 72। मैं क्या एवरेज एज कितनी है इत्थे?
ਕਹਿੰਦੇ ਮੈਨੂੰ ਨਹੀਂ ਪਤਾ, ਮੈਂ ਅਰਾਊਂਡ 84 ਜਾਂ 85 86 ਦੇ ਨੇੜੇ ਕਹਿੰਦੇ ਨੇ। ਹੈਲਥ ਇਸ਼ੂਜ਼ ਕੀ ਨੇ ਜੇ ਕੋਈ ਖਾਸ ਨਹੀਂ ਹੈਗੇ। ਖੈਰ ਵਾਈਫ ਸੀ ਕੋਲ, ਉਹ ਕਹਿੰਦੀ ਖਾਸ ਕਿਉਂ ਨਹੀਂ ਹੈਗੇ, ਕਹਿੰਦੀ ਇਹਦਾ ਜਿਹੜਾ ਹੈਗਾ ਸ਼ੂਗਰ ਦੀ ਗੋਲੀ ਇਹ ਖਾਂਦਾ ਹੈ, ਜਿਹੜਾ ਹਾਈ ਕੋਲੈਸਟਰੋਲ ਦੀ ਗੋਲੀ ਇਹ ਖਾਂਦਾ ਹੈ, ਰੀਸੈਂਟਲੀ ਨੀਂਦ ਦੀਆਂ ਗੋਲੀਆਂ ਖਾ ਰਿਹਾ ਹੈ, ਹੌਸਪੀਟਲਾਈਜ਼ ਇਹ ਸਾਰਾ ਕੁਛ ਕਰਨ ਤੋਂ ਪਹਿਲਾਂ ਵੀ 2 ਵਾਰੀ ਹੋ ਚੁੱਕਾ ਆ, ਆਰਟਰੀਜ਼ ਬਲੋਕੇਜ ਦੀ ਇਹਦੀ ਸ਼ਿਕਾਇਤ ਚੱਲ ਰਹੀ ਹੈ, ਗੋਡੇ ਇਹਦੇ ਨਹੀਂ ਕੰਮ ਕਰਦੇ, ਸਾਰਾ ਕੁਝ। ਮੈਂ ਜਦੋਂ ਉਹ ਜੋ ਸਾਰਾ ਗਿਣਤਾ A to G, ਮੈਂ ਕਿਹਾ ਭਾਈ ਸਾਹਿਬ ਜੀ ਗੱਲ ਇਹ ਹੈ, ਮੇਰੀ ਗੱਲ ਸੁਣੋ, ਜੇ ਸਾਰਾ ਕੁਝ ਕਰੋੜਾਂ 'ਚ ਵੀ ਕਨਵਰਟ ਹੋ ਜਾਏ, ਸਪੋਜ਼ ਹੋ ਜਾਏ, ਤੁਹਾਡਾ ਆਪਣਾ ਤਾਂ ਕੋਈ ਹਾਲ ਹੈ ਨਹੀਂਗਾ, ਆਪ ਤੇ ਰਹਿਣਾ ਨਹੀਂਗਾ। ਆਖਰ ਜਿਨ੍ਹਾਂ ਨੂੰ ਚਾਹੀਦਾ, ਜਿਨ੍ਹਾਂ ਵਾਸਤੇ ਕਰ ਰਹੇ ਹੋ ਸਾਰਾ ਕੁਝ, ਉਹ ਕਹਿੰਦੇ ਵੀ ਆਰ ਸੋ ਹੈਪੀ ਵਿਦ ਵਟ ਐਵਰ ਵੀ ਹੈਵ। ਹੈਪੀਨੈਸ ਤੇ ਆਲਰੇਡੀ ਹੈ, ਵਾਈ ਆਰ ਨੋਟ ਏਬਲ ਟੂ ਸੀ। ਹੁਣ ਕਿਉਂਕਿ ਸਟੇਬਿਲਿਟੀ ਹੋਏ, ਚੰਚਲਤਾ ਘਟੀ ਹੋਏ ਤੇ ਸਮਝ ਆਵੇ ਬਾਤ, ਉਹ ਬਾਤ ਸਮਝ 'ਚ ਨਾ ਆਵੇ। ਸਮਹਾਓ ਬੇਟਾ ਕੋਲ ਸੀਗਾ ਉਹਨਾਂ ਦਾ, ਬੇਟਾ ਕਹਿੰਦਾ ਭਾਈ ਸਾਹਿਬ what a good explanation, I never think like that। ਉਹ ਕਹਿੰਦਾ now I will keep on working on that side। ਬਿਲਕੁਲ ਸਹੀ ਗੱਲ ਆ, ਜੇ ਇਸ ਨੂੰ ਸਾਰਾ ਕੁਝ ਮਿਲ ਵੀ ਜਾਏ ਤੇ ਆਖਰਕਾਰ ਇਹਦਾ ਆਪਣੀ ਮਡੋਲੀ ਜਿਹੜੀ ਏ ਉਹ ਤੇ ਸਥਿਰ ਨਹੀਂ ਨਾ ਹੈ। ਗੁਰੂ ਬਾਬਾ ਜੀ ਦਾ ਆ ਜਿਹੜਾ ਬਚਨ ਹੈ, ਚੰਚਲ ਸੰਗ ਨਾ ਚਾਲਤੀ ਸਖੀਏ ਅੰਤ ਤਜ ਜਾਵਤ ਮਾਇਆ, ਇੰਨਾ ਹੀ ਸਮਝ ਲੈ। ਕਿਸ ਹਰ ਚੰਦੌਰੀ ਦੀ ਨਗਰੀ ਨੂੰ ਲੱਭ ਰਿਹਾ। ਫਿਰ ਬਚਨ ਹੈ ਅਗਲਾ ਪਾਸਾ, ਰਸ ਭੋਗਨ ਅਤਰੂਪ ਰਸ ਮਾਤੇ ਇਨ ਸੰਗ ਸੂਖ ਨਾ ਪਾਇਆ। ਫਿਰ ਬੰਦੇ, ਪੰਜਾਬੀ ਦਾ ਇੱਕ ਈਡੀਅਮ ਹੈਗਾ, ਉਹ ਕਹਿੰਦੇ ਜੋ ਮਤਲਬ ਖਾ ਗਿਆ ਸੋ ਖਟ ਗਿਆ, ਜੋ ਜੋੜ ਗਿਆ ਸੋ ਰੋੜ ਗਿਆ। ਆਪਨੇ ਸ਼ਾਇਦ ਈਡੀਅਮ ਸੁਣਿਆ ਹੋਏਗਾ ਵੀ ਜੋ ਜਿਹੜਾ ਹੈਗਾ ਆ, ਖਾ ਗਿਆ ਸੋ ਖਟ ਗਿਆ, ਜੋ ਜੋੜ ਗਿਆ ਸੋ ਰੋੜ ਗਿਆ। ਮਤਲਬ ਜੋੜਨਾ ਨਹੀਂ ਚਾਹੀਦਾ, ਖਾਣਾ ਤੇ ਬਸ ਖੱਟੋ ਤੇ ਖਾਓ ਇਸ ਰੂਪ ਵਿੱਚ। ਭਾਈ ਗੱਲ ਇਹ ਵੀ ਆਈਡੀਅਲ ਨਹੀਂ ਹੈਗਾ। ਜੇ ਬਚਨਾ ਆ ਰਿਹਾ, ਮਹਾਰਾਜ ਕਹਿੰਦੇ ਵੀ ਚਲੋ ਜੋੜਨਾ ਨਹੀਂ, ਕੁਛ ਨਹੀਂ ਕਰਨਾ। ਰਸ ਭੋਗਨ ਅਤ ਰੂਪ ਰਸ ਮਾਤੇ, ਜੇ ਬੰਦਾ ਇਹਦੇ 'ਚ ਮਸਤ ਹੋ ਜਾਏ, ਇਹਦੇ 'ਚ ਮੱਤ ਜਾਏਗਾ ਤੇ ਇਹਦੇ 'ਚੋਂ ਸ਼ਾਂਤੀ ਨਾ ਮਿਲੇਗੀ, ਬਲਕਿ ਮੱਤ ਮਾਰੀ ਜਾਏਗੀ। ਜ਼ਿੰਦਗੀ ਤਬਾਹੀ ਤੇ ਬਰਬਾਦੀ ਵਾਲੇ ਪਾਸੇ ਤੁਰੇਗੀ। ਜੀਵਨ ਕਿਸੇ ਹਾਇਰ ਲੈਵਲ ਦੇ ਸਕੂਲ ਆਫ ਥਾਟ ਨੂੰ ਮੰਨਣਾ ਹੈ, ਉਹਨੂੰ ਫੋਲੋ ਕਰਨਾ ਹੈ। ਕਿਆ ਰਸ ਭੋਗਨ ਅਤ ਰੂਪ ਰਸ ਮਾਤੇ ਇਨ ਸੰਗ ਸੁਖ ਨਾ ਪਾਇਆ। ਇਹਦੇ ਵਿੱਚੋਂ ਕਿਸ ਨੂੰ ਸੁਖ ਪ੍ਰਾਪਤ ਹੋਇਆ ਜੀ? ਆਪਾਂ ਲੌਂਗ ਰਨ ਦੇ ਵਿੱਚ ਝਾਤ ਮਾਰ ਕੇ ਦੇਖਾਂਗੇ ਤੇ ਆਪ ਅਹਿਸਾਸ ਕਰੋ ਕਿ ਦੁਨੀਆ ਦੇ ਅੰਦਰ ਜਿਤਨੀਆਂ ਰਾਜਾਸ਼ਾਹੀਆਂ ਹੋਈਆਂ ਨੇ, ਉਹਨਾਂ ਦਾ ਅੰਤ ਕੀ ਹੋਇਆ। ਮਤਲਬ ਜਿਹੜਾ ਬਾਣੀ ਨੇ ਕਿਹਾ ਸਗਲ ਸ੍ਰਿਸ਼ਟ ਤੇ ਰਾਜਾ ਦੁਖੀਆ, ਦੁਨੀਆ ਭਰ ਦੀਆਂ ਰਾਜਾਸ਼ਾਹੀਆਂ ਦੇਖ ਲਵੋ। ਜੇ ਕੋਈ ਰਾਜਾਸ਼ਾਹੀ ਦੁਨੀਆ ਦੇ ਵਿੱਚ ਲੌਂਗ ਰਨ ਵਿੱਚ ਚੱਲੀ, ਉਹ ਸੀਗੀ ਬ੍ਰਿਟਿਸ਼ ਰਾਇਲ ਫੈਮਿਲੀ। ਪਰ ਜੇ ਉਹਨਾਂ ਦਾ ਵੀ ਤੁਸੀਂ ਪੂਰੇ ਦਾ ਪੂਰਾ ਦੇਖੋਗੇ ਉਸ ਰੂਪ ਦੇ ਵਿੱਚ, ਤੇ ਕਿਸੇ ਅਕਾਊਂਟੇਬਿਲਿਟੀ ਤੇ ਹਾਇਰ ਲੈਵਲ ਦੇ ਪ੍ਰਿੰਸੀਪਲ ਨੂੰ ਫੋਲੋ ਕਰਕੇ ਬਚੀ ਉਦੋਂ ਤੱਕ। ਜੇ ਉਹ ਚੀਜ਼ ਨਾ ਹੁੰਦੀ ਤੇ ਇਹ ਵੀ ਨਹੀਂ ਸੀ ਬਚਣੀ। ਤੇ ਹੁਣ ਤੁਸੀਂ ਰੀਸੈਂਟਲੀ ਕੁਛ ਜਿਹੜੀਆਂ ਨੇ ਦੇਖੀਆਂ, ਐਂਡਰਿਊ ਵਾਲਾ ਤੁਸੀਂ ਸਾਰਾ ਉਹ ਪੜ੍ਹ ਰਹੇ ਹੋ, ਸਭ ਚੀਜ਼ਾਂ ਦੇਖ ਰਹੇ ਹੋ, ਤੇ ਇਸ ਸਾਰੇ ਦੇ ਨਾਲ ਹੀ ਜਿਹੜੀ ਉਹਨਾਂ ਦਾ ਅਗਲਾ ਪੜਾਅ ਆ, ਉਹ ਬਿਲਕੁਲ ਜਿਹੜਾ ਕਹਿੰਦੇ ਨੇ ਫਿਊਚਰ ਡਾਰਕ 'ਚ ਹੈ ਉਸ ਮਨਾਰਚੀ ਦਾ ਵੀ। ਸੋ ਗੁਰੂ ਮਹਾਰਾਜ ਬਿਲਕੁਲ ਕਲੀਅਰ ਨੇ ਵੀ ਭਾਈ ਬਹੁਤ ਜ਼ਿਆਦਾ ਇਹ ਧਨ ਭੋਗਣ ਦੇ ਚੱਕਰ ਵਿੱਚ ਪੈ ਕੇ ਬੰਦੇ ਆਤਮਕ ਸੁੱਖ ਨਾ ਮਿਲੇਗਾ। ਧੰਨ ਧੰਨ ਹਰ ਸਾਧ ਜਨ ਸਖੀਏ, ਨਾਨਕ ਜਿਨੀ ਨਾਮ ਧਿਆਇਆ। ਫਿਰ ਗੱਲ ਇੱਥੇ ਮੁਕਾਈ। ਉਹ ਸਾਧੂ ਪੁਰਖ ਸਾਧਕ ਜਿਹੜੇ ਜੀਵਨ ਨੂੰ ਸੁਧਾਰਵਾਦੀ ਰੰਗ 'ਚ ਦੇਖਦੇ ਤੇ ਇੱਕ ਹਾਇਰ ਲੈਵਲ ਦੇ ਵੈਲਿਊ ਸਿਸਟਮ ਨੂੰ ਫੋਲੋ ਕਰਦੇ, ਤੇ ਉਹ ਜਨਕ ਬਣ ਕੇ ਵੀ ਰਹਿ ਸਕਦੇ ਨੇ ਧਰਤੀ ਦੇ ਉੱਤੇ, ਤੇ ਉਹ ਭਗਤ ਕਬੀਰ ਬਣ ਕੇ ਵੀ ਰਹਿ ਸਕਦੇ ਨੇ। ਇਹ ਨਹੀਂ ਕਿ ਬਹੁਤ ਸਰਮਾਏਦਾਰ ਹੋ ਕੇ ਬੰਦਾ ਗਵਾਚ ਜੇ ਕਰਨਾ, ਪਰ ਇਹ ਹੈ ਖਾਹਸ਼ ਉਸ ਕਿਸਮ ਦੀ ਨਹੀਂ, ਭੋਗ ਬਿਰਤੀ ਦੀ ਨਹੀਂ, ਸਵਾਰਥ ਦੀ ਨਹੀਂ। ਤੇ ਇਹ ਵੀ ਨਹੀਂ ਕਿ ਬਿਲਕੁਲ ਬੰਦੇ ਦੇ ਕੋਲ ਬਹੁਤ ਜ਼ਿਆਦਾ ਕੁਝ ਨਹੀਂ ਹੈਗਾ ਤੇ ਬੰਦਾ ਕਹੇਗਾ ਨਾ ਕਸ਼ਿਸ਼ ਮਾਇਆ ਦੀ ਰਹੇਗੀ। ਭਾਈ ਗੱਲ ਇਹ ਹੈ, ਇਹ ਤੇ ਬਿਰਤੀ ਦੇ ਉਸ ਪ੍ਰਸੰਗ 'ਚ ਬਾਤ ਕੀਤੀ ਗਈ। ਇਸ ਕਿਸਮ ਦੀ ਵਿਆਖਿਆ ਅਗਲੇ 2 ਪਦਿਆਂ ਦੇ ਵਿੱਚ ਹੈ, ਦੀ ਵਿਚਾਰ ਆਉਂਦੇ ਸਮਝ ਕਰਾਂਗੇ। ਅੱਜ ਵਾਸਤੇ ਕਿਉਂਕਿ ਸਮਾਂ ਸਮਾਪਤ ਹੈ, ਇੱਥੇ ਅਸੀਂ ਫਿਰ ਇਜਾਜ਼ਤ ਚਾਹਾਂਗੇ। ਕਿਰਸਾਨੀ ਸੰਘਰਸ਼ ਨਾਲ ਜੂਝ ਰਹੇ ਮਾਈ ਭਾਈ ਦੀ ਸਫਲਤਾ ਦੀ ਅਰਦਾਸ ਕਰਦੇ ਹੋਏ ਸਮਾਪਨ ਕਰੀਏ। ਕਹਿ ਦੇਣਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।